ਭਾਰਤ ਦੇ ਬਹੁਤ ਹੀ ਪਿਆਰੇ ਦੇਸ਼ ਵਾਸੀਓ, ਅੱਜ ਆਪ ਜੀ ਦੇ ਨਾਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੁਆਰਾ ਲਿਖਿਆ ਗਿਆ ਭਾਰਤੀ ਸੰਵਿਧਾਨ ਲੈ ਕੇ ਹਾਜ਼ਰ ਹੋਇਆ ਹਾਂ। ਸੋ ਅੱਜ ਆਪ ਜੀ ਦੇ ਨਾਲ ਭਾਰਤੀ ਸੰਵਿਧਾਨ ਦੇ ਆਰਟੀਕਲ 19 ਨੂੰ ਪੜ੍ਹਾਂਗੇ, ਜਿਸ ਵਿੱਚ ਆਜ਼ਾਦੀ ਦਾ ਅਧਿਕਾਰ ਦਿੱਤਾ ਗਿਆ ਹੈ। ਆਓ ਆਪਾਂ ਇਸ ਅਧਿਕਾਰ ਨੂੰ ਪੜ੍ਹੀਏ, ਸਮਝੀਏ, ਵਿਚਾਰੀਏ ਕਿ ਇਸ ਆਰਟੀਕਲ ਦੇ ਵਿੱਚ ਸਾਡੇ ਕਿਹੜੇ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਦੇ ਅਸੀਂ ਕਾਨੂੰਨੀ ਤੌਰ 'ਤੇ ਹੱਕਦਾਰ ਹਾਂ। ਆਓ ਵਿਚਾਰਾ ਆਰੰਭ ਕਰੀਏ। ਸੋ ਵਿਚਾਰਾ ਆਰੰਭ ਕਰਨ ਤੋਂ ਪਹਿਲਾਂ ਆਪਣੇ ਸਤਿਗੁਰਾਂ, ਆਪਣੇ ਰਹਿਬਰਾਂ, ਆਪਣੇ ਮਹਾਂਪੁਰਖਿਆਂ ਨੂੰ ਹੋਈਏ ਨਤਮਸਤਕ। ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਪਿਆਰੇ ਦੇਸ਼ ਵਾਸੀਓ, ਜਦੋਂ ਅਸੀਂ ਭਾਰਤੀ ਸੰਵਿਧਾਨ ਨੂੰ ਪੜ੍ਹਦੇ ਹਾਂ ਤਾਂ ਭਾਰਤੀ ਸੰਵਿਧਾਨ ਪੜ੍ਹਨ ਸਾਰ ਸਾਨੂੰ ਸਾਡੇ ਹੱਕਾਂ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਹੁੰਦੀ ਹੈ। ਸੋ ਸਾਡਾ ਫਰਜ਼ ਬਣਦਾ ਕਿ ਸਾਨੂੰ ਸਾਡੇ ਹੱਕਾਂ ਅਤੇ ਅਧਿਕਾਰਾਂ ਬਾਰੇ ਪਤਾ ਵੀ ਹੋਣਾ ਚਾਹੀਦਾ ਹੈ। ਸੋ ਆਪ ਜੀ ਨੂੰ ਪਤਾ ਕਿ ਆਪ ਜੀ ਦੇ ਨਾਲ ਭਾਰਤੀ ਸੰਵਿਧਾਨ ਦੀ ਪੰਜਾਬੀ ਦੇ ਵਿੱਚ ਜੋ ਲੜੀਵਾਰ ਵਿਚਾਰ ਕੀਤੀ ਜਾ ਰਹੀ ਹੈ, ਅੱਜ ਆਪਾਂ ਭਾਰਤੀ ਸੰਵਿਧਾਨ ਦੇ ਅਧਿਆਇ ਨੰਬਰ 3, ਜਿਸ ਵਿੱਚ ਮੌਲਿਕ ਅਧਿਕਾਰਾਂ ਦਾ ਜ਼ਿਕਰ ਕੀਤਾ ਗਿਆ ਹੈ, ਉਹਨਾਂ ਮੌਲਿਕ ਅਧਿਕਾਰਾਂ ਦੇ ਵਿੱਚੋਂ ਜਿਹੜਾ ਦੂਸਰਾ ਮੌਲਿਕ ਅਧਿਕਾਰ ਹੈ ਸੁਤੰਤਰਤਾ ਦਾ ਅਧਿਕਾਰ, ਜਿਸ ਨੂੰ ਆਪਾਂ ਆਜ਼ਾਦੀ ਦਾ ਅਧਿਕਾਰ ਜਾਂ ਰਾਈਟ ਟੂ ਫਰੀਡਮ ਵੀ ਕਹਿੰਦੇ ਹਾਂ। ਸੋ ਅੱਜ ਆਪਾਂ ਇਸ ਦੂਸਰੇ ਮੌਲਿਕ ਅਧਿਕਾਰ ਨੂੰ ਪੜ੍ਹਾਂਗੇ, ਜਿਸ ਦੇ ਵਿੱਚ ਆਰਟੀਕਲ 19 ਆ ਜਾਂਦਾ, ਆਰਟੀਕਲ 20 ਆ ਜਾਂਦਾ, ਆਰਟੀਕਲ 21 ਆ ਜਾਂਦਾ ਅਤੇ ਆਰਟੀਕਲ 22 ਆ ਜਾਂਦਾ ਹੈ। ਸੋ ਸੁਤੰਤਰਤਾ ਦੇ ਅਧਿਕਾਰ ਦੇ ਵਿੱਚ ਆਰਟੀਕਲ 4 ਆਉਂਦੇ ਨੇ, ਪਰ ਅੱਜ ਆਪਾਂ ਆਰਟੀਕਲ 19 ਹੀ ਪੜ੍ਹਾਂਗੇ ਤਾਂ ਜੋ ਸਾਨੂੰ ਚੰਗੀ ਤਰ੍ਹਾਂ ਸਮਝ ਆ ਜਾਵੇ। ਸੋ ਮੈਂ ਇੱਕ ਛੋਟੀ ਜਿਹੀ ਬੇਨਤੀ ਕਰਦਿਆਂ, ਜਿਨ੍ਹਾਂ ਨੇ ਭਾਰਤੀ ਸੰਵਿਧਾਨ ਦਾ ਆਰਟੀਕਲ 18 ਨਹੀਂ ਪੜ੍ਹਿਆ ਜਾਂ ਪਹਿਲਾ ਮੌਲਿਕ ਅਧਿਕਾਰ ਨਹੀਂ ਪੜ੍ਹਿਆ, ਕਿਰਪਾ ਕਰਕੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ YouTube 'ਤੇ ਜਾਓ, ਉੱਥੇ ਗੁਰਪ੍ਰੀਤ ਸਿੰਘ ਸ਼ਿਮਲਾਪੁਰੀ ਲਿਖ ਕੇ ਤੁਸੀਂ ਭਾਰਤੀ ਸੰਵਿਧਾਨ ਦੀ ਜੋ ਲੜੀਵਾਰ ਵਿਚਾਰ ਹੈ ਉਹਨੂੰ ਸੁਣ ਸਕਦੇ ਹੋ, ਅਤੇ ਆਰਟੀਕਲ 18 ਨੂੰ ਵੀ ਤੁਸੀਂ ਚੰਗੀ ਤਰ੍ਹਾਂ ਪੜ੍ਹ ਅਤੇ ਸੁਣ ਅਤੇ ਸਮਝ ਸਕਦੇ ਹੋ, ਤਾਂ ਜੋ ਆਪ ਜੀ ਨੂੰ ਭਾਰਤੀ ਸੰਵਿਧਾਨ ਦੀ ਲੜੀਵਾਰ ਸਮਝ ਲੱਗ ਸਕੇ। ਸੋ ਅੱਜ ਆਪ ਜੀ ਦੇ ਨਾਲ ਆਰਟੀਕਲ 19 ਦੇ ਬਾਰੇ ਹੀ ਗੱਲਬਾਤ ਕਰਾਂਗਾ। ਸੋ ਆਓ ਆਪਾਂ ਸਾਰੇ ਰਲ ਮਿਲ ਕੇ ਆਰਟੀਕਲ 19 ਨੂੰ ਪੜ੍ਹਨਾ ਸ਼ੁਰੂ ਕਰੀਏ। ਜਿਹੜਾ ਆਰਟੀਕਲ 19 ਹੈ, ਇਸ ਦੇ ਵਿੱਚ 6 ਪੁਆਇੰਟ ਭਾਵ 6 ਖੰਡ ਦੱਸੇ ਗਏ ਨੇ। ਸੋ ਆਪਾਂ ਇਕੱਲੇ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਸਮਝ ਕੇ ਪੜ੍ਹਨਾ ਹੈ, ਸੁਣਨਾ ਹੈ ਅਤੇ ਆਪਣੇ ਦਿਮਾਗ ਵਿੱਚ, ਆਪਣੇ ਹਿਰਦੇ ਵਿੱਚ ਵਸਾਉਣਾ ਹੈ, ਤਾਂ ਜੋ ਸਾਨੂੰ ਇਹ ਸਾਡੇ ਅਧਿਕਾਰ ਪਤਾ ਹੋਣ, ਜਿਸ ਦੀ ਅਸੀਂ ਇੰਨ ਬਿੰਨ ਪਾਲਣਾ ਵੀ ਕਰਨੀ ਹੈ। ਸੋ ਇਸ ਆਰਟੀਕਲ ਦੇ ਵਿੱਚ ਜਿਹੜੇ ਇਹ ਅਧਿਕਾਰ ਦਿੱਤੇ ਗਏ ਨੇ, ਇਸ ਦੇ ਤੁਸੀਂ ਹੱਕਦਾਰ ਹੋ। ਜੇਕਰ ਇਹਨਾਂ ਅਧਿਕਾਰਾਂ ਨੂੰ ਤੁਸੀਂ ਖਤਮ ਕਰਦੇ ਹੋ ਜਾਂ ਇਹਨਾਂ ਅਧਿਕਾਰਾਂ ਦੀ ਤੁਸੀਂ ਦੁਰਵਰਤੋਂ ਕਰਦੇ ਹੋ, ਤਾਂ ਅੱਗੇ ਭਾਰਤੀ ਸੰਵਿਧਾਨ ਨੇ ਆਰਟੀਕਲ 19 ਦੇ ਵਿੱਚ ਹੀ ਜੋ ਦੱਸਿਆ ਹੈ ਆਪਾਂ ਉਹਨੂੰ ਵੀ ਪੜ੍ਹਾਂਗੇ। ਸੋ ਆਓ ਆਰਟੀਕਲ 19, ਜਿਸ ਦੇ ਵਿੱਚ ਲਿਖਿਆ ਹੈ, ਸਾਰੇ ਨਾਗਰਿਕਾਂ ਨੂੰ ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ। ਦੇਖੋ, ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੁਆਰਾ ਲਿਖੇ ਗਏ ਭਾਰਤੀ ਸੰਵਿਧਾਨ ਨੇ ਸਾਡੇ 'ਤੇ ਕਿੱਡੀ ਵੱਡੀ ਅਤੇ ਮਹਾਨ ਕਿਰਪਾ ਕੀਤੀ ਹੈ। ਭਾਰਤ ਦੇ ਸਾਰੇ ਨਾਗਰਿਕਾਂ ਨੂੰ ਬੋਲਣ ਅਤੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ, ਬੋਲਣ ਦਾ ਅਧਿਕਾਰ ਦਿੱਤਾ। ਜੇ ਮੈਂ ਬੋਲ ਰਿਹਾ ਨਾ ਅੱਜ, ਤਾਂ ਭਾਰਤੀ ਸੰਵਿਧਾਨ ਨੇ ਕਾਨੂੰਨੀ ਅਧਿਕਾਰ ਦਿੱਤਾ। ਇਹ ਬੋਲਣ ਲਈ ਸਾਡੇ ਸਤਿਗੁਰਾਂ ਨੇ, ਸਾਡੇ ਰਹਿਬਰਾਂ ਨੇ
बहुत वड्डे पद्धर ते मनुवाद नाल टक्कर लई, जिन्हें पाबंदी लाई हुई सी साडे बोलण ते। असी बोल नहीं सकते सी, तां ही तां भारती संविधान दे विच बोलण दा अधिकार दिता गया। भारत दे लोग अपना इतिहास तां पढ़न। ये मूल निवासी लोगों को मैं बेनती करदा, कदे अपना पुरातन इतिहास पढ़िओ। पुरातन की 26 जनवरी 1950 तो पहला का अपना इतिहास पढ़ना शुरू कर दो पिछे नूं, तुहानूं पता लग जाएगा कि किन्ना क तुहानूं बोलण दा अधिकार सी, पता लग जाएगा तुहानूं। ये ताइयों तो इत्थे अधिकार दिता गया, वो भी कानूनी तौर पर, क्योंकि असी बोल नहीं सकते सी। हुण तां मैं तुहानूं संबोधन कर रहा, पर पहला मैं किसी सामने बोल नहीं सकता सी। उच्ची जात वालियां अगे अपने लोगों के नाल घुसर मुसर तो कर सकता सी, पर जिमें अज आज़ादी है ना, जिथे मर्जी जाके जिमें मर्जी मैं बोल सकदा, विचार कर प्रगट कर सकदा। लिखिया ना विचार प्रगट करन दा। आ जिहड़े विचार ने भावें धार्मिक तौर पर ने, राजनीतिक तौर पर ने, आर्थिक तौर पर ने, समाजिक तौर पर ने, किसी भी रूप दे विच विचार ने मैं प्रगट कर रहा ना तुहाडे नाल। तुसीं सवाल कर रहे हो, तुसीं प्रगट कर रहे हो ना। ये किहने अधिकार दिता? कानूनी तौर पर भारतीय संविधान ने। ये सानूं पता होना चाहिए। देखो तुसीं भी विचार प्रगट करते हो अपने, तुसीं सोशल मीडिया राही जिमें WhatsApp ते लिख के, फेसबुक ते वीडियो बना के भी करते हो ना, यूट्यूब ते, इंस्टाग्राम ते, ट्विटर ते, जिहड़े जिहड़े तुसीं इलैक्ट्रॉनिक साधन वरतते हो, उन्हां दे द्वारा तुसीं भी अपने विचार लोगों तक पहुँचाउंदे हो ना, तो लोगों के विचार भी तुहाडे तक पहुँचते हैं। ये किहने अधिकार दिता? भारतीय संविधान ने। वड्डियां वड्डियां प्रेसां लगियां हुई ने, रोज़ अखबार छपते ने, मैगजीन छपते ने, रसाले छपते ने, किताबां छपदियां ने, किन्ना कुछ छपदा, लेख छपते ने, कवितावां छपदियां ने, पोटियां छपदियां ने, ते साडे तक पहुँचदियां ने। ये किस दी बदौलत? भारतीय संविधान की बदौलत। जो कवि दे, लेखक दे, किताब लिखण वाले दे, अखबार छापण वाले दे, देश दे विच जो हो रहा है, वो जिहड़े विचार ने वो सारियां लोगों तक प्रगट करने लई किड्डा वड्डा प्रबंध चल रहा है। तो वो प्रबंध तां चल रहा है कि उसनूं भारतीय संविधान ने कानूनी तौर पर मान्यता दे दी गई है। ये आर्टिकल 19 नूं ना तुसीं साइड ते रख दो। ਜਿਹੜੇ ਕਹਿੰਦੇ ਅਸੀਂ ਭਾਰਤੀ ਸੰਵਿਧਾਨ ਨੂੰ ਮੰਨਦੇ ਨਹੀਂ, ਉਹਨਾਂ ਨੂੰ ਬੇਨਤੀ ਹੈ ਕਿ ਮੰਨਣ ਵਾਲਾ ਵਿਸ਼ਾ ਤਾਂ ਤੁਸੀਂ ਬਾਅਦ 'ਤੇ ਆਓਗੇ। ਪਹਿਲਾਂ ਇਸ ਆਰਟੀਕਲ ਨੂੰ ਸਾਈਡ 'ਤੇ ਰੱਖ ਕੇ ਤੁਸੀਂ ਸੋਚਿਓ ਕਦੇ ਵੀ ਤੁਹਾਨੂੰ ਕੋਈ ਬੋਲਣ ਦੇ ਦੇਗਾ, ਤੁਹਾਨੂੰ ਕੋਈ ਵਿਚਾਰ ਪ੍ਰਗਟ ਕਰਨ ਦੇ ਦੇਗਾ, ਤੁਹਾਨੂੰ ਕੋਈ ਲੇਖ ਲਿਖਣ ਦੇ ਦੇਗਾ, ਕਵਿਤਾ ਲਿਖਣ ਦੇ ਦੇਗਾ। ਸੋਸ਼ਲ ਮੀਡੀਆ 'ਤੇ ਤੁਸੀਂ ਫੇਸਬੁੱਕ 'ਤੇ, WhatsApp 'ਤੇ ਲਾਈਵ ਹੋ ਕੇ ਬੈਠ ਜਾਂਦੇ ਹੋ, ਵਿਚਾਰ ਪ੍ਰਗਟ ਕਰਨ ਲੱਗ ਜਾਂਦੇ ਹੋ। ਕਿਹਨੇ ਅਧਿਕਾਰ ਦਿੱਤਾ? ਇਹ ਭਾਰਤੀ ਸੰਵਿਧਾਨ ਨੇ। सो साडा फर्ज बनता कि असी भारतीय संविधान प्रति वफादार होइए, पढ़िए, समझिए। पहला तो यही सानू जानना चाहिए कि भारतीय संविधान जो दस्तावेज है ये साडे सतगुरां, साडे महापुरखां, साडे रहबरां दा संघर्ष का एक दस्तावेज है, जिसनूं बाबा साहब डॉक्टर भीमराव अंबेडकर साहब जी कानूनी तौर पर लागू करवा रहे हैं और करवा दिता। ये पता होना चाहिए सानू। टीवी ते खबरां चलदियां ने, तुहाडियां भी वीडियो आ जांदियां ने, टीवी ते अखाड़े भी चलते हैं, मेले भी चलते हैं, सभ्याचार प्रोग्राम भी चलते हैं, राजनीतिक प्रोग्राम भी चलते हैं, हर एक तरह के प्रोग्राम चलते हैं। वो अपने विचार प्रगट करते हैं, जां जो सानू मौका लगता असी अपने विचार प्रगट करते हैं। तो ये अधिकार भारतीय संविधान ने दिता, बोलण का अते विचार प्रगट करन दा। सो ये 6 पॉइंट ने। 6 पॉइंटां नूं आपां इस तरह लड़ीवार पढ़ांगे। अगे आ शांतिपूर्वक सम्मेलन करन दा अधिकार। शांतिपूर्वक भी कोई उत्थे दंगा फसाद नहीं, कोई लड़ाई झगड़ा नहीं, बिल्कुल प्यार नाल, आराम नाल असी अपना कोई भी सम्मेलन कर सकते हाँ। जिवें कवि सम्मेलन हुंदे ने, है ना, सतसंग हुंदे ने, बड़े बड़े सम्मेलन हुंदे ने, प्रोग्राम हुंदे ने। तुसी ब्याह शादी कोई भी प्रोग्राम करते हो, किड्डे बड़े बड़े टेंट लगा के जां पैलेस बुक करके प्रोग्राम करते हो, सम्मेलन करते हो ना बड़े बड़े, ये भी अधिकार भारतीय संविधान ने तुहानूं दिता। ते भारतीय संविधान नूं असीं टिच समझदे हां। ये हुण साडी अज्ञानता ही है बाई जी, भैणों,
ਕਿਸੇ ਦੇ ਮਗਰ ਨਾ ਲੱਗੋ, ਖੁਦ ਸੰਵਿਧਾਨ ਨੂੰ ਪੜ੍ਹੋ। ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਭਾਰਤੀ ਸੰਵਿਧਾਨ ਪ੍ਰਤੀ ਬਹੁਤ ਚਿੰਤਤ ਨੇ, ਕਿਉਂਕਿ ਭਾਰਤੀ ਸੰਵਿਧਾਨ ਲੋਕਾਂ ਤੱਕ ਪਹੁੰਚ ਜਾਵੇ, ਪਰ ਅਸੀਂ ਲੋਕਾਂ ਨੇ ਬਿਲਕੁਲ ਚਿੰਤਤ ਨਹੀਂ ਹਾਂ। ਐਵੇਂ ਨਹੀਂ ਬਾਬਾ ਸਾਹਿਬ ਨੇ ਆਖਿਆ ਸੀ ਕਿ ਇੱਥੇ ਤੱਕ ਲਿਆਉਣ ਲਈ ਕਾਰਵਾਂ ਨੂੰ ਬੇਸ਼ੁਮਾਰ ਤਕਲੀਫਾਂ ਸਹਾਰੀਆਂ ਮੈਂ, ਬੜਾ ਘੇਰਿਆ ਘੋਰ ਵਿਰੋਧੀਆਂ ਨੇ, ਨਹੀਂ ਫੇਰ ਵੀ ਹਿੰਮਤਾਂ ਹਾਰੀਆਂ ਮੈਂ, ਪਿੱਛੇ ਜਾਵੇ ਨਾ ਕਾਰਵਾ ਕਿਸੇ ਹੀਲੇ, ਲਿਖੀਆਂ ਜੁਗਤਾਂ ਸੰਵਿਧਾਨ ਵਿੱਚ ਸਾਰੀਆਂ ਮੈਂ, ਤੁਹਾਨੂੰ ਦੇਣ ਲਈ ਫੁੱਲਾਂ ਦਾ ਨਿੱਘ ਸਹਿਜਲ, ਰਾਤਾਂ ਕੰਢਿਆਂ ਉੱਤੇ ਗੁਜ਼ਾਰੀਆਂ ਮੈਂ। ਇਹ ਸੰਵਿਧਾਨ ਤੁਹਾਡੇ ਤੱਕ ਪਹੁੰਚਾਉਣ ਲਈ ਬਹੁਤ ਵੱਡਾ ਕਸ਼ਟ ਸਹਾਰਿਆ ਮੈਂ, ਬਹੁਤ ਦੁੱਖ ਸਹਾਰਿਆ, ਆਪਣਾ ਪਰਿਵਾਰ ਵੀ ਕੁਰਬਾਨ ਕਰ ਦਿੱਤਾ, ਭੁੱਖ ਵੀ ਨੀਂਦ ਵੀ ਤਿਆਗ ਦਿੱਤੀ, ਪਰ ਤੁਹਾਨੂੰ ਇਹ ਅਧਿਕਾਰ ਲੈ ਕੇ ਦੇ ਦਿੱਤੇ, ਪਿੱਛੇ ਜਾਵੇ ਨਾ ਕਾਰਵਾ ਕਿਸੇ ਹੀਲੇ। ਇਹ ਮੇਰਾ ਭਾਰਤੀ ਸੰਵਿਧਾਨ ਜਿਹੜਾ ਤੁਹਾਡੇ ਤੱਕ ਪਹੁੰਚਾਇਆ, ਇਹ ਬਹੁਤ ਵੱਡਾ ਕਾਰਵਾ ਹੈ, ਬਹੁਤ ਵੱਡਾ ਸੰਘਰਸ਼ ਹੈ, ਇਹ ਕਿਤੇ ਪਿੱਛੇ ਨਾ ਚਲੇ ਜਾਵੇ, ਭਾਵ ਇਹਨੂੰ ਖਤਮ ਨਾ ਕਰ ਦਿੱਤਾ ਜਾਵੇ। ਇੱਥੇ ਤੱਕ ਮੈਂ ਸੰਘਰਸ਼ ਨੂੰ ਲੈ ਕੇ ਆਇਆ। ਓਏ ਮੇਰੇ ਸਮਾਜ ਦੇ ਲੋਕੋ, ਮੇਰੇ ਦੇਸ਼ ਦੇ ਲੋਕੋ, ਤੁਸੀਂ ਮੇਰੇ ਸੰਘਰਸ਼ ਨੂੰ ਹੋਰ ਅੱਗੇ ਲੈ ਕੇ ਜਾਓ। ਤੁਸੀਂ ਗਰੀਬੀ ਨੂੰ, ਅਨਪੜ੍ਹਤਾ ਨੂੰ, ਬਿਮਾਰੀ ਨੂੰ, ਬੇਰੁਜ਼ਗਾਰੀ ਨੂੰ ਖਤਮ ਕਰੋ, ਸਾਰਿਆਂ ਨੂੰ ਬਰਾਬਰ ਬਣਾਓ। ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਨੇ ਇਹ, ਤੇ ਜਿਹੜੇ ਅੱਜ ਸਾਨੂੰ ਸ਼ਾਂਤੀਪੂਰਵਕ ਸੰਮੇਲਨ ਕਰਨ ਦਾ ਅਧਿਕਾਰ ਦੇ ਰਹੇ ਨੇ। ਸੰਵਿਧਾਨ ਪ੍ਰਤੀ ਸਾਨੂੰ ਵਫਾਦਾਰ ਹੋਣਾ ਚਾਹੀਦਾ। ਅਸੀਂ ਕੋਈ ਵੀ ਸੰਮੇਲਨ ਕਰ ਸਕਦੇ ਹਾਂ ਭਾਰਤੀ ਸੰਵਿਧਾਨ ਦੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ। ਅੱਗੇ ਸਭਾ ਸੰਘ ਬਣਾਉਣ ਦਾ ਅਧਿਕਾਰ, ਅਸੀਂ ਸਭਾ ਬਣਾ ਸਕਦੇ ਹਾਂ, ਸੁਸਾਇਟੀ ਬਣਾ ਸਕਦੇ ਹਾਂ, ਗਰੁੱਪ ਬਣਾ ਸਕਦੇ ਹਾਂ, ਅਸੀਂ ਸੰਘ ਬਣਾ ਸਕਦੇ ਹਾਂ, ਸੰਗਠਨ, ਜਿਵੇਂ ਰਾਜਨੀਤਿਕ ਤੌਰ 'ਤੇ ਪਾਰਟੀਆਂ ਬਣੀਆਂ ਨੇ ਨਾ, ਅਸੀਂ ਵੀ ਬਣਾ ਸਕਦੇ ਹਾਂ, ਪਰ ਉਹ ਜੋ ਰੂਲ ਨੇ, ਕਾਨੂੰਨ ਦੇ ਵਿਧੀਆਂ ਨੇ, ਉਹ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਸਾਨੂੰ, ਜਿਸ ਤਰੀਕੇ ਨਾਲ ਉਹ ਪਾਰਟੀਆਂ ਬਣਦੀਆਂ ਨੇ। ਅਸੀਂ ਵੀ ਇੱਕ ਸੰਗਠਨ ਬਣਾ ਸਕਦੇ ਹਾਂ। ਇਹ ਭਾਰਤੀ ਸੰਵਿਧਾਨ ਨੇ ਤੁਹਾਨੂੰ ਅਧਿਕਾਰ ਦੇ ਦਿੱਤਾ, ਸ਼ਾਂਤੀਪੂਰਵਕ ਸੰਮੇਲਨ ਕਰਨ ਦਾ ਅਧਿਕਾਰ। ਤੁਸੀਂ ਆਪਣੀ ਫਿਰ ਪਾਰਟੀ ਬਣਾ ਕੇ, ਤੁਸੀਂ ਆਪਣਾ ਕੋਈ ਗਰੁੱਪ ਬਣਾ ਕੇ, ਸੁਸਾਇਟੀ ਬਣਾ ਕੇ, ਜਿਵੇਂ ਕਵੀ ਸੰਮੇਲਨ ਹੁੰਦੇ ਨੇ, ਇਸ ਤਰ੍ਹਾਂ ਤੁਸੀਂ ਕਿਤੇ ਵੀ ਸ਼ਾਂਤੀਪੂਰਵਕ ਸੰਮੇਲਨ ਵੀ ਕਰ ਸਕਦੇ ਹੋ, ਧਰਨਾ ਵੀ ਲਾ ਸਕਦੇ ਹੋ, ਸ਼ਾਂਤੀਪੂਰਵਕ ਪ੍ਰਦਰਸ਼ਨ ਵੀ ਕਰ ਸਕਦੇ ਹੋ। ਜਿਵੇਂ ਉਹਦੇ ਵਿੱਚ ਹਥਿਆਰ ਨਹੀਂ ਲੈ ਕੇ ਜਾਣੇ, ਉਹਦੇ ਵਿੱਚ ਕੋਈ ਦੰਗਾ ਫਸਾਦ, ਲੜਾਈ ਝਗੜਾ ਨਹੀਂ ਹੋਣਾ ਚਾਹੀਦਾ। ਇਹ ਵੀ ਪੁਆਇੰਟ ਨੋਟ ਕਰਨ ਵਾਲੇ ਨੇ, ਕਿਉਂਕਿ ਭਾਰਤੀ ਸੰਵਿਧਾਨ ਨੇ ਜੇ ਇਹ ਅਧਿਕਾਰ ਦਿੱਤੇ ਨੇ ਤਾਂ ਉਹਦੇ ਨਾਲ ਹਦਾਇਤਾਂ ਵੀ ਦਿੱਤੀਆਂ ਨੇ, ਜਿਹਦੀ ਸਾਨੂੰ ਇੰਨ ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਧਰਨੇ ਅਸੀਂ ਲਗਾ ਸਕਦੇ ਹਾਂ ਜੇ ਕਿਤੇ ਸਾਡੇ ਨਾਲ ਧੱਕਾ ਹੋਵੇ, ਕਿਤੇ ਵੀ ਹੋਵੇ, ਅਸੀਂ ਜੋ ਕਾਨੂੰਨੀ ਵਿਧੀ ਹੈ ਅਸੀਂ ਪਰਮਿਸ਼ਨ ਲੈ ਕੇ ਧਰਨਾ ਵੀ ਲਾ ਸਕਦੇ ਹਾਂ, ਪ੍ਰਦਰਸ਼ਨ ਵੀ ਕਰ ਸਕਦੇ ਹਾਂ, ਜਿਹਨੂੰ ਰੋਸ ਮਾਰਚ ਕਹਿੰਦੇ ਹਾਂ ਆਪਾਂ, ਬਿਲਕੁਲ ਸ਼ਾਂਤੀਪੂਰਵਕ ਹੋ ਕੇ ਸੰਗਠਨ ਵੀ ਬਣਾ ਸਕਦੇ ਹਾਂ। ਇਹ ਹੈ ਭਾਰਤੀ ਸੰਵਿਧਾਨ ਨੇ ਜਿਹੜੇ ਸਾਨੂੰ ਅਧਿਕਾਰ ਦਿੱਤੇ ਨੇ। ਭਾਰਤ ਦੇ ਸਾਰੇ ਖੇਤਰ ਵਿੱਚ ਸੁਤੰਤਰ ਆਉਣ ਜਾਣ ਦਾ ਅਧਿਕਾਰ, ਅਸੀਂ ਭਾਰਤ ਦੇ ਵਿੱਚ ਕਿਤੇ ਵੀ ਆ ਜਾ ਸਕਦੇ ਹਾਂ। ਅਸੀਂ ਜਾਂਦੇ ਵੀ ਹਾਂ ਨਾ, ਕਿਰਾਏ 'ਤੇ ਗੱਡੀ ਕਰ ਲੈਂਦੇ ਹਾਂ, ਜਰਨੀ 'ਤੇ ਜਾਂਦੇ ਹਾਂ, ਯਾਤਰਾ 'ਤੇ ਜਾਂਦੇ ਹਾਂ, ਅਸੀਂ ਇੰਜੋਏ ਕਰਨ ਜਾਂਦੇ ਹਾਂ, ਕਦੇ ਪਹਾੜਾਂ ਵਿੱਚ, ਕਦੇ ਬਰਫ਼ 'ਤੇ, ਕਦੇ ਰੇਗਿਸਤਾਨ ਦੇ ਅਸੀਂ ਰੇਤ ਵੇਖਣ ਚਲੇ ਜਾਂਦੇ ਹਾਂ, ਅਤੇ ਸਾਨੂੰ ਕੋਈ ਰੋਕਦਾ ਨਹੀਂ। ਰੋਕਦਾ ਕਿਹਨੇ ਅਧਿਕਾਰ ਦਿੱਤਾ ਬਈ? ਭਾਰਤੀ ਸੰਵਿਧਾਨ ਨੇ। ਭਾਰਤ ਦੇ ਸਾਰੇ ਖੇਤਰ ਵਿੱਚ ਸੁਤੰਤਰ ਭਾਵ ਆਜ਼ਾਦੀ ਨਾਲ ਆਉਣ ਜਾਣ ਦਾ ਅਧਿਕਾਰ, ਭਾਰਤ ਵਿੱਚ ਕਿਤੇ ਵੀ ਰਹਿਣ ਅਤੇ ਵਸ ਜਾਣ ਦਾ ਅਧਿਕਾਰ। ਅਸੀਂ ਕਿਤੇ ਵੀ ਆਪਣਾ ਮਕਾਨ ਲੈ ਸਕਦੇ ਹਾਂ, ਉੱਥੇ ਰਹਿ ਸਕਦੇ ਹਾਂ, ਵਸੇਬਾ ਕਰ ਸਕਦੇ ਹਾਂ। ਇਹ ਵੀ ਸਾਨੂੰ ਭਾਰਤੀ ਸੰਵਿਧਾਨ ਨੇ ਅਧਿਕਾਰ ਦੇ ਦਿੱਤਾ ਕਿ ਉੱਥੇ ਤੁਹਾਡੇ ਨਾਲ ਕੋਈ ਵਿਤਕਰਾ ਨਹੀਂ ਕਰੇਗਾ। ਕੋਈ ਕੰਮ ਧੰਦਾ, ਰੁਜ਼ਗਾਰ, ਵਪਾਰ ਜਾਂ ਕਾਰੋਬਾਰ ਕਰਨ ਦਾ ਅਧਿਕਾਰ। ਅਸੀਂ ਕੋਈ ਵੀ ਵਪਾਰ ਕਰ ਸਕਦੇ ਹਾਂ, ਕਾਰੋਬਾਰ ਕਰ ਸਕਦੇ ਹਾਂ, ਕੋਈ ਵੀ ਅਸੀਂ ਧੰਦਾ ਕਰ ਸਕਦੇ ਹਾਂ ਜੋ ਕਾਨੂੰਨੀ ਵਿਧੀ ਰਾਹੀਂ, ਕਾਨੂੰਨ ਜਿਹਨੂੰ ਮਾਨਤਾ ਦਿੰਦਾ ਹੋਵੇ, ਠੀਕ ਹੈ ਜੀ, ਅਸੀਂ ਉਹ ਕਾਰੋਬਾਰ ਕਰ ਸਕਦੇ ਹਾਂ। ਅਤੇ ਅਸੀਂ ਕਾਰੋਬਾਰ ਕੀਤੇ, ਅਸੀਂ ਛੋਟੀਆਂ ਮੋਟੀਆਂ ਦੁਕਾਨਾਂ ਵੀ ਖੋਲ੍ਹੀਆਂ, ਵੱਡੀਆਂ ਵੱਡੀਆਂ ਦੁਕਾਨਾਂ ਵੀ ਖੋਲ੍ਹੀਆਂ, ਅਸੀਂ ਫੈਕਟਰੀਆਂ ਵੀ ਲਗਾਈਆਂ, ਅਸੀਂ ਕਾਰਖਾਨੇ ਵੀ ਲਗਾਏ, ਅਸੀਂ
ਜੋ ਵਪਾਰ ਕਰ ਸਕਦੇ ਅਸੀਂ ਕੀਤਾ। ਛੋਟੇ ਤੋਂ ਛੋਟਾ ਵਪਾਰ ਤੋਂ ਲੈ ਕੇ ਵੱਡੇ ਤੋਂ ਵੱਡੇ ਵਪਾਰ ਤੱਕ ਅਸੀਂ ਕਿਸੇ ਵੀ ਵਪਾਰ ਦੇ ਵਿੱਚ ਹਿੱਸਾ ਵੀ ਲੈ ਸਕਦੇ ਹਾਂ ਅਤੇ ਉਹਨੂੰ ਅਸੀਂ ਖੁਦ ਵੀ ਕਰ ਸਕਦੇ ਹਾਂ। ਇਹ ਭਾਰਤੀ ਸੰਵਿਧਾਨ ਨੇ ਸਾਨੂੰ ਅਧਿਕਾਰ ਦੇ ਦਿੱਤਾ ਹੈ। ਅੱਗੇ ਜਿਹੜੇ ਨੋਟ ਕਰਨ ਵਾਲਾ ਪੁਆਇੰਟ ਹੈ ਉਹ ਇਹ ਹੈ, ਸਾਨੂੰ ਭਾਰਤੀ ਸੰਵਿਧਾਨ ਨੇ ਇਹ ਅਧਿਕਾਰ ਤਾਂ ਦੇਤੇ, ਜਿਵੇਂ ਬੋਲਣ ਦਾ ਅਧਿਕਾਰ, ਵਿਚਾਰ ਪ੍ਰਗਟ ਕਰਨ ਦਾ ਅਧਿਕਾਰ, ਸ਼ਾਂਤੀਪੂਰਵਕ ਸੰਮੇਲਨ ਕਰਨ ਦਾ ਅਧਿਕਾਰ, ਸਭਾ ਸੰਘ ਬਣਾਉਣ ਦਾ ਅਧਿਕਾਰ, ਭਾਰਤ ਦੇ ਕਿਸੇ ਵੀ ਖੇਤਰ ਵਿੱਚ ਆਉਣ ਜਾਣ ਦਾ ਅਧਿਕਾਰ ਅਤੇ ਉੱਥੇ ਰਹਿਣ ਜਾਂ ਵਸ ਜਾਣ ਦਾ ਅਧਿਕਾਰ। ਅਸੀਂ ਭਾਰਤ ਦੇ ਵਿੱਚ ਕਿਤੇ ਵੀ ਰਹਿ ਸਕਦੇ ਹਾਂ, ਮਕਾਨ ਬਣਾ ਸਕਦੇ ਹਾਂ, ਵਸ ਸਕਦੇ ਹਾਂ, ਵਸੇਬਾ ਕਰ ਸਕਦੇ ਹਾਂ। ਇਹ ਅਧਿਕਾਰ ਦਿੱਤਾ। ਕੋਈ ਵੀ ਕੰਮ ਧੰਦਾ ਰੁਜ਼ਗਾਰ ਜਾਂ ਵਪਾਰ ਕਰਨ ਦਾ ਅਧਿਕਾਰ, ਕਾਰੋਬਾਰ ਕਰਨ ਦਾ ਅਧਿਕਾਰ ਜੇ ਭਾਰਤੀ ਸੰਵਿਧਾਨ ਨੇ ਤਾਂ ਸਾਨੂੰ ਦਿੱਤਾ, ਤਾਂ ਉਹ ਭਾਰਤੀ ਸੰਵਿਧਾਨ ਨੇ ਕੁਝ ਹਦਾਇਤਾਂ ਵੀ ਦਿੱਤੀਆਂ ਨੇ, ਕੁਝ ਕਾਨੂੰਨ ਵੀ ਦਿੱਤੇ ਨੇ ਜਿਹਦੀ ਸਾਨੂੰ ਪਾਲਣਾ ਕਰਨੀ ਚਾਹੀਦੀ ਹੈ। ਉਹ ਕੀ ਹੈ, ਧਿਆਨ ਨਾਲ ਸੁਣਿਓ। ਪਰ ਇਹਨਾਂ ਵਿੱਚੋਂ ਕੁਝ ਵੀ ਭਾਰਤ ਦੀ ਏਕਤਾ ਅਤੇ ਅਖੰਡਤਾ, ਰਾਜ ਦੀ ਸੁਰੱਖਿਆ, ਵਿਦੇਸ਼ੀ ਰਾਜਾਂ ਨਾਲ ਮੈਤਰੀਪੂਰਨ ਸੰਬੰਧਾਂ, ਲੋਕ ਵਿਵਸਥਾ, ਸ਼ਿਸ਼ਟਾਚਾਰ ਅਤੇ ਸਦਾਚਾਰ ਦੇ ਹਿੱਤਾਂ, ਨਿਆਂਪਾਲਿਕਾ ਦਾ ਅਪਮਾਨ ਆਦਿ ਨਾ ਕਰਦੀ ਹੋਵੇ। ਜਿਹੜੇ ਵੀ ਸਾਨੂੰ ਉੱਪਰ ਅਧਿਕਾਰ ਦਿੱਤੇ ਨੇ, ਜਿਨ੍ਹਾਂ ਬਾਰੇ ਮੈਂ ਬੇਨਤੀ ਕੀਤੀ ਹੈ, ਜੋ ਭਾਰਤੀ ਸੰਵਿਧਾਨ ਵਿੱਚ ਲਿਖੇ ਨੇ, ਉਸ ਪ੍ਰਤੀ ਕਹਿ ਰਹੇ ਨੇ, ਭਾਰਤੀ ਸੰਵਿਧਾਨ ਹੀ ਆਖ ਰਿਹਾ ਕਿ ਭਾਰਤ ਦੇ ਵਿੱਚ ਏਕਤਾ ਅਤੇ ਅਖੰਡਤਾ ਰਹਿਣੀ ਚਾਹੀਦੀ ਹੈ। ਇਹਦੇ ਵਿੱਚ ਕੋਈ ਲੜਾਈ ਝਗੜਾ, ਦੰਗਾ ਫਸਾਦ ਨਹੀਂ ਹੋਣਾ ਚਾਹੀਦਾ। ਜੇ ਤੁਸੀਂ ਸੰਮੇਲਨ ਕਰ ਰਹੇ ਹੋ ਤਾਂ ਉੱਥੇ ਹਥਿਆਰ ਨਹੀਂ ਲੈ ਕੇ ਜਾਣੇ। ਜੇ ਤੁਸੀਂ ਕੋਈ ਸੰਗਠਨ ਬਣਾਇਆ, ਰੋਸ ਪ੍ਰਦਰਸ਼ਨ ਕਰ ਸਕਦੇ ਹੋ, ਤੁਸੀਂ ਧਰਨੇ ਲਾ ਸਕਦੇ ਹੋ, ਪਰ ਉੱਥੇ ਤੁਸੀਂ ਹਲਚਲ ਨਹੀਂ ਮਚਾ ਸਕਦੇ, ਉੱਥੇ ਤੁਸੀਂ ਭੰਨ ਤੋੜ ਨਹੀਂ ਕਰ ਸਕਦੇ, ਸਮਾਜ ਦਾ ਨੁਕਸਾਨ ਨਹੀਂ ਕਰ ਸਕਦੇ। ਇਹ ਵੀ ਹਦਾਇਤਾਂ ਭਾਰਤੀ ਸੰਵਿਧਾਨ ਨੇ ਸਾਨੂੰ ਦਿੱਤੀਆਂ ਨੇ ਕਿ ਸਮਾਜ ਨੂੰ ਇੱਕ ਧਾਗੇ ਵਿੱਚ ਪਰੋ ਕੇ ਰੱਖਣਾ, ਸਾਰਿਆਂ ਨੂੰ ਬਰਾਬਰ ਸਮਝਣਾ, ਏਕਤਾ ਅਤੇ ਅਖੰਡਤਾ, ਰਾਜ ਦੀ ਸੁਰੱਖਿਆ। ਜਿਹੜੇ ਵੀ ਰਾਜ ਵਿੱਚ ਤੁਸੀਂ ਰਹਿ ਰਹੇ ਹੋ, ਭਾਵ ਇਸ ਸਰਕਾਰ ਦੇ ਅੰਡਰ ਰਹਿ ਰਹੇ ਹੋ ਤੁਸੀਂ, ਉਹਦੀ ਸੁਰੱਖਿਆ ਕਰਨੀ ਹੈ, ਕੋਈ ਨੁਕਸਾਨ ਨਹੀਂ ਕਰਨਾ। ਵਿਦੇਸ਼ੀ ਰਾਜਾਂ ਨਾਲ ਮੈਤਰੀਪੂਰਨ ਸੰਬੰਧਾਂ, ਜਿਹੜੇ ਵਿਦੇਸ਼ੀ ਰਾਜ ਨੇ ਉਹਨਾਂ ਦੇ ਨਾਲ ਆਪਣੇ ਮਿੱਤਰਤਾ ਪ੍ਰਤੀ ਸੰਬੰਧ ਰੱਖਣੇ ਆ, ਉਹਨਾਂ ਨਾਲ ਵਿਗਾੜਨੇ ਨਹੀਂ। ਹੋਰ ਨਾ ਕਿਤੇ ਦੇਸ਼ ਦੇ ਨਾਲ ਹੀ ਪੂਰੇ ਨਾਲ ਸੰਬੰਧ ਵਿਗੜ ਜਾਣ ਤੁਹਾਡੇ ਕਰਕੇ ਜਾਂ ਸਾਡੇ ਕਰਕੇ। ਲੋਕ ਵਿਵਸਥਾ, ਲੋਕਾਂ ਦੇ ਨਾਲ ਮਿਲਵਰਤਨ ਵਿਵਸਥਾ, ਲੋਕਾਂ ਦੇ ਨਾਲ ਪਿਆਰ ਜਿਹੜਾ ਰੱਖਣਾ ਵਾ, ਲੜਾਈ ਝਗੜਾ ਨਹੀਂ ਕਰਨਾ। ਅੱਗੇ ਸ਼ਿਸ਼ਟਾਚਾਰ ਅਤੇ ਸਦਾਚਾਰ ਦੇ ਹਿੱਤਾਂ, ਇਹ ਤੁਹਾਨੂੰ ਪਤਾ, ਸ਼ਿਸ਼ਟਾਚਾਰ ਰੱਖਣਾ, ਅਸੀਂ ਪ੍ਰੇਮ ਭਾਵਨਾ ਰੱਖਣੀ ਆ, ਸਦਾਚਾਰ ਰੱਖਣਾ। ਹਿੱਤਾਂ, ਨਿਆਂਪਾਲਿਕਾ, ਜੋ ਸਾਡੀ ਨਿਆਂਪਾਲਿਕਾ ਹੈ, ਇਹਦਾ ਵੀ ਅਸੀਂ ਚੰਗੀ ਤਰ੍ਹਾਂ ਧਿਆਨ ਰੱਖਣਾ ਇਸ ਪੁਆਇੰਟ ਦਾ ਕਿ ਅਸੀਂ ਨਿਆਂਪਾਲਿਕਾ ਦਾ ਵੀ ਅਪਮਾਨ ਨਹੀਂ ਕਰਨਾ, ਭਾਵ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਨਹੀਂ ਕਰਨੀ। ਜਦੋਂ ਅਸੀਂ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਾਂਗੇ ਤਾਂ ਸਮਝ ਲਓ ਫਿਰ ਅਸੀਂ ਇਹ ਜਿਹੜੇ ਪੁਆਇੰਟ ਦੱਸੇ ਗਏ ਨੇ, ਜਿਵੇਂ ਰਾਜ ਦੀ ਏਕਤਾ ਅਤੇ ਅਖੰਡਤਾ, ਵਿਦੇਸ਼ੀ ਰਾਜਾਂ ਨਾਲ ਮੈਤਰੀਪੂਰਨ ਸੰਬੰਧਾਂ, ਲੋਕ ਵਿਵਸਥਾ, ਸ਼ਿਸ਼ਟਾਚਾਰ, ਸਦਾਚਾਰ, ਨਿਆਂਪਾਲਿਕਾ ਦਾ ਅਪਮਾਨ ਆਪਣੇ ਆਪ ਹੀ ਹੋ ਜਾਣਾ ਜੇ ਤੁਸੀਂ ਇਹ ਜਿਹੜੇ ਤੁਹਾਨੂੰ ਅਧਿਕਾਰ ਦਿੱਤੇ ਨੇ ਇਹਨਾਂ ਦੀ ਦੁਰਵਰਤੋਂ ਕੀਤੀ। ਇਸ ਕਰਕੇ ਇਹਨਾਂ ਅਧਿਕਾਰਾਂ ਦੀ ਦੁਰਵਰਤੋਂ ਬਿਲਕੁਲ ਨਹੀਂ ਕਰਨੀ ਅਤੇ ਨਿਆਂਪਾਲਿਕਾ ਦਾ ਕਦੇ ਵੀ ਅਸੀਂ ਅਪਮਾਨ ਨਹੀਂ ਹੋਣ ਦੇਣਾ ਅਤੇ ਨਾ ਅਸੀਂ ਕਰਨਾ, ਕਿਉਂਕਿ ਸਾਡੇ ਲਈ ਜੇਕਰ ਨਿਆਂਪਾਲਿਕਾ ਦੇ ਦਰਵਾਜ਼ੇ ਖੁੱਲ੍ਹੇ ਨੇ, ਉਹ ਇਸ ਲਈ ਖੁੱਲ੍ਹੇ ਨੇ ਕਿ ਜੇਕਰ ਕੋਈ ਸਾਨੂੰ ਸਾਡੇ ਅਧਿਕਾਰ ਨਹੀਂ ਦੇ ਰਿਹਾ ਤਾਂ ਸਾਡੇ ਲਈ ਨਿਆਂਪਾਲਿਕਾ ਦੇ ਦਰਵਾਜ਼ੇ ਵੀ ਖੁੱਲ੍ਹੇ ਨੇ। ਅਸੀਂ ਜਦੋਂ ਮਰਜ਼ੀ ਜਾ ਕੇ ਨਿਆਂ ਲੈ ਸਕਦੇ ਹਾਂ, ਇਹਦੇ ਅਸੀਂ ਹੱਕਦਾਰ ਹਾਂ। ਇਸ ਕਰਕੇ ਭਾਵੇਂ ਡਿਸਟ੍ਰਿਕਟ ਕੋਰਟ ਆ, ਹਾਈ ਕੋਰਟ ਆ, ਮਾਣਯੋਗ ਸੁਪਰੀਮ ਕੋਰਟ ਨੇ, ਇਹ ਮਾਣਯੋਗ ਤਿੰਨੇ ਕੋਰਟਾਂ ਨੇ ਜਾਂ ਹੋਰ ਵੀ ਆ ਜਾਂਦੇ ਨੇ ਨਾ, ਇਹਨਾਂ ਦਾ ਅਸੀਂ ਕਦੇ ਵੀ ਅਪਮਾਨ ਨਹੀਂ ਕਰਨਾ। ਅਸੀਂ ਆਪਣੇ ਅਧਿਕਾਰਾਂ ਦੀ ਕਦੇ ਵੀ ਦੁਰਵਰਤੋਂ ਨਹੀਂ ਕਰਨੀ, ਸਦਾ ਚੰਗੀ ਵਰਤੋਂ, ਸੋਹਣੀ ਵਰਤੋਂ ਕਰਨੀ ਹੈ। ਇਹ ਸੀ ਭਾਰਤੀ ਸੰਵਿਧਾਨ ਦਾ ਆਰਟੀਕਲ 19, ਜੋ ਭਾਰਤੀ ਸੰਵਿਧਾਨ ਦੇ ਅਧਿਆਇ ਨੰਬਰ 3, ਜਿਸ ਵਿੱਚ ਮੌਲਿਕ ਅਧਿਕਾਰਾਂ ਦਾ ਜ਼ਿਕਰ ਹੈ। ਇਹ ਸੀ ਮੌਲਿਕ ਅਧਿਕਾਰ ਦੂਜਾ। ਮੌਲਿਕ ਅਧਿਕਾਰ ਦੂਜੇ ਦੇ 4 ਪੁਆਇੰਟ ਨੇ, ਆਰਟੀਕਲ 19, ਆਰਟੀਕਲ 20, ਆਰਟੀਕਲ 21 ਅਤੇ ਆਰਟੀਕਲ 22। ਅੱਜ ਆਪਾਂ ਆਰਟੀਕਲ 19 ਨੂੰ ਪੜ੍ਹਿਆ। ਸੋ ਜਿੰਨੀਆਂ ਵੀ ਆਪ ਜੀ ਦੇ ਨਾਲ ਵਿਚਾਰਾਂ ਕੀਤੀਆਂ ਨੇ, ਜੇਕਰ ਮੇਰੇ ਕੋਲੋਂ ਕੋਈ ਗਲਤੀ ਹੋ ਗਈ ਹੋਵੇ ਤਾਂ ਖਿਮਾ ਕਰਨਾ, ਗਲਤੀ ਮੈਨੂੰ ਜ਼ਰੂਰ ਦੱਸਿਓ। ਸੋ ਅਗਲੀ ਵੀਡੀਓ ਦੇ ਵਿੱਚ ਆਪਾਂ ਆਰਟੀਕਲ 20 ਨੂੰ ਲੈ ਕੇ ਹਾਜ਼ਰ ਹੋਵਾਂਗੇ। ਸੋ ਇੰਨੀਆਂ ਬੇਨਤੀਆਂ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ। ਆਪਾਂ ਮਿਲਾਂਗੇ ਅਗਲੀ ਵੀਡੀਓ ਵਿੱਚ। ਤਦ ਤੱਕ ਲਈ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
जय भीम, जय भारत, जय संविधान।